ਵੈਲਕਮ ਟੂ ਮਾਈ YouTube ਚੈਨਲ ਈਕੋਸਿਸਟਮ ਵਿਦ ਡਾਕਟਰ ਜਗਤਾਰ ਧੀਮਾਨ। ਅੱਜ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਉਹ ਹੈ ਕਿ ਜੈਵਿਕ ਵੰਨ ਸੁਵੰਨਤਾ ਈਕੋਸਿਸਟਮ ਦੀ ਆਤਮਾ। ਆਓ ਇਸ ਦੀ ਸੰਭਾਲ ਤੇ ਬਚਾਓ ਲਈ ਯਤਨਸ਼ੀਲ ਹੋਈਏ। ਬਾਇਓਡਾਇਵਰਸਿਟੀ ਇਜ਼ ਦੀ ਸੋਲ ਆਫ ਐਨ ਈਕੋਸਿਸਟਮ, ਲੈਟ ਅਸ ਐਂਡੇਵਰ ਟੂ ਪ੍ਰੋਟੈਕਟ ਇਟ। ਜਦੋਂ ਆਪਾਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਹਾਂ, ਬਾਇਓਡਾਇਵਰਸਿਟੀ ਨੂੰ ਬਾਇਓਲੋਜੀਕਲ ਡਾਇਵਰਸਿਟੀ ਵੀ ਕਿਹਾ ਜਾਂਦਾ ਹੈ। ਔਰ ਕਿਸੇ ਵੀ ਇਲਾਕੇ ਦੇ ਵਿੱਚ ਜੇ ਜੀਵ ਜੰਤੂ ਹੈ, ਚਾਹੇ ਪੇੜ ਪੌਦੇ ਹੈ, ਚਾਹੇ ਸੂਖਮ ਜੀਵੀ ਹੈ, ਸਾਰਿਆਂ ਦੀਆਂ ਕਿੰਨੀਆਂ ਸਪੀਸੀਜ਼ ਹੈ, ਉਹਨਾਂ ਦੇ ਕਿੰਨੇ ਜੀਨਸ ਹੈ, ਉਹਨਾਂ ਦੀ ਕਮਿਊਨਿਟੀਜ਼ ਤੇ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਬਾਇਓਡਾਇਵਰਸਿਟੀ ਵਿੱਚ ਆਉਂਦੀ ਹੈ। ਇਸ ਧਰਤੀ ਦੇ ਉੱਤੇ ਜਿਹੜੀ ਬਾਇਓਡਾਇਵਰਸਿਟੀ ਦੀ ਜਿਹੜੀ ਹੋਂਦ ਹੈ ਉਹ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਵਿੱਚ ਔਰ ਉਹਨਾਂ ਸਾਰਿਆਂ ਘਟਕਾਂ ਦੇ ਜੀਵਨ ਦੇ ਵਿੱਚ ਵੀ, ਕਿਉਂਕਿ ਇੱਕ ਬਾਇਓਡਾਇਵਰਸਿਟੀ ਜਿਹੜੀ ਹੈ ਸਾਡੇ ਜੀਵਨ 'ਚ ਇੱਕ ਬੀਮੇ ਦੀ ਤਰ੍ਹਾਂ ਐਕਟ ਕਰਦੀ ਹੈ। ਬਾਇਓਡਾਇਵਰਸਿਟੀ ਜਿਹੜੀ ਹੈ ਉਹ ਈਕੋਸਿਸਟਮ ਦੇ ਵਿੱਚ ਕਈ ਢੰਗਾਂ ਦੇ ਨਾਲ ਆਪਰੇਟ ਕਰਦੀ ਹੈ, ਕਈ ਲੈਵਲ ਦੇ ਉੱਤੇ ਉਸ ਦਾ ਯੋਗਦਾਨ ਪੈਂਦਾ। ਸਪੀਸੀਜ਼ ਲੈਵਲ ਦੇ ਉੱਤੇ ਵੀ ਹੈ ਔਰ ਜੈਨੇਟਿਕ ਲੈਵਲ ਦੇ ਉੱਤੇ ਵੀ ਹੈ, ਕਮਿਊਨਿਟੀ ਲੈਵਲ ਦੇ ਉੱਤੇ ਵੀ ਹੈ, ਬਾਇਓਕਲਚਰਲ ਲੈਵਲ ਦੇ ਉੱਤੇ ਵੀ ਹੈ, ਅਤੇ ਇਸ ਤਰ੍ਹਾਂ ਸਾਰੇ ਈਕੋਸਿਸਟਮ ਨੂੰ ਬਾਇਓਡਾਇਵਰਸਿਟੀ ਜਿਹੜੀ ਹੈ ਉਹ ਸੰਭਾਲਦੀ ਹੈ। ਹੁਣ ਆਪਾਂ ਸਪੀਸੀਜ਼ ਡਾਇਵਰਸਿਟੀ ਦੀ ਗੱਲ ਕਰੀਏ। ਸਪੀਸੀਜ਼ ਜਿਹੜੀ ਹੈ ਉਹ ਖਾਸ ਕਿਸਮ ਦੇ ਜਿਹੜੇ ਆਰਗੈਨਿਜ਼ਮ ਹੁੰਦੇ ਆ, ਉਹਨਾਂ ਦੀ ਜਨਸੰਖਿਆ ਜਾਂ ਉਹਨਾਂ ਦਾ ਜਿਹੜਾ ਗਰੁੱਪ ਹੈ, ਜਿਨ੍ਹਾਂ ਦੇ ਮੈਂਬਰ ਉਹਨਾਂ ਵਿੱਚ ਕੁਝ ਗੁਣ ਜਿਹੜੇ ਸਾਂਝੇ ਤੌਰ 'ਤੇ ਉੱਤੇ ਹੁੰਦੇ ਆ ਔਰ ਉਹ ਆਪਸ ਦੇ ਵਿੱਚ ਸੁਮੇਲ ਦੇ ਨਾਲ ਆਪਣੀ ਜਿਹੜੀ ਅਗਲੀ ਪੀੜ੍ਹੀ ਨੂੰ ਪੈਦਾ ਕਰ ਸਕਦੇ ਆ। ਇਸ ਦੇ ਵਿੱਚ ਸਪੀਸੀਜ਼ ਦੀ ਜਿਹੜੀ ਅਮੀਰੀ ਹੈ, ਜਿਹਦੇ ਵਿੱਚ ਜਾਣੀ ਕਿ ਕਿੰਨੀਆਂ ਕੁ ਸਪੀਸੀ ਕਿੰਨੀਆਂ ਕੁ ਇਲਾਕੇ ਦੇ ਵਿੱਚ ਕਿਸੇ ਖਾਸ ਪੌਦੇ ਦੀ ਜਾਂ ਜਾਨਵਰ ਦੀ ਜਾਂ ਜੀਵ ਜੰਤੂ ਦੀ ਸਪੀਸੀ ਹੈ ਔਰ ਉਹਦੇ ਵਿੱਚ ਉਹਨਾਂ ਦਾ ਨੰਬਰ ਕਿੰਨਾ ਆ ਔਰ ਉਹਨਾਂ ਦੇ ਵਿੱਚ ਉਹਨਾਂ ਦੀ ਡਿਸਟਰੀਬਿਊਸ਼ਨ ਕਿਸ ਤਰ੍ਹਾਂ ਆ, ਕੀ ਉਹ ਇਕਸਾਰਤਾ ਹੈ ਜਾਂ ਸਕਿਊਡ ਡਿਸਟਰੀਬਿਊਸ਼ਨ ਹੈ, ਇਹ ਸਾਰੀ ਸਪੀਸੀ ਡਾਇਵਰਸਿਟੀ ਵਿੱਚ ਆਪਾਂ ਦੇਖਦੇ ਹਾਂ। ਹੁਣ ਜਦੋਂ ਸਪੀਸੀ ਡਾਇਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਵਰਤਾਵਾ ਹੈ, ਉਹ ਕੀ ਇਕਸਾਰਤਾ ਹੈ ਜਾਂ ਉਹਨਾਂ ਜਿਹੜੇ ਵੀ ਐਨੀਮਲਸ ਹੈਗੇ ਆ, ਪਲਾਂਟਸ ਹੈਗੇ ਆ ਜਾਂ ਜੀਵ ਜੰਤੂ ਹੈਗੇ ਆ, ਉਹਨਾਂ ਨੂੰ ਆਪਾਂ ਅਗਰ ਸਟੱਡੀ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਾਰੇ ਦੁਨੀਆ ਦੇ ਵਿੱਚ ਅੱਧ ਤੋਂ ਜ਼ਿਆਦਾ ਯਾਨੀ 50% ਤੋਂ ਜ਼ਿਆਦਾ ਜਿਹੜੇ ਕੀੜੇ ਆ ਔਰ ਕੀੜਿਆਂ ਦੇ ਵਿੱਚ ਜਿਹੜੇ ਬੀਟਲਸ ਹੈਗੇ ਆ ਉਹ 40% ਤੋਂ ਜ਼ਿਆਦਾ ਆ ਔਰ ਜਿਹੜੇ ਮੈਮਲਸ ਹੈਗੇ ਆ, ਜਿਹੜੇ ਦੁੱਧ ਪਿਲਾਉਣ ਵਾਲੇ ਜੀਵ ਜੰਤੂ ਆ, ਉਹਨਾਂ ਨਾਲੋਂ ਜਿਹੜੇ ਮੱਕੜੀਆਂ ਹੈਗੀਆਂ, ਸਪਾਈਡਰਸ ਹੈ ਤੇ ਜਾਂ ਉਹਨਾਂ ਦੇ ਨਾਲ ਸੰਬੰਧਿਤ ਜੀਵ ਜੰਤੂ ਉਹ ਜ਼ਿਆਦਾ ਆ। ਔਰ ਜੈਨੇਟਿਕ ਡਾਇਵਰਸਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਕਿਸੇ ਖਾਸ ਇੰਡੀਵਿਜੂਅਲ ਦੇ ਵਿੱਚ ਜਿਹੜਾ DNA ਹੁੰਦਾ ਆ ਉਸ ਦੇ ਉੱਤੇ ਸਟੱਡੀ ਕੀਤੀ ਜਾਂਦੀ ਹੈ ਕਿ ਜੇ ਕਿਸੇ DNA ਦੇ ਆਧਾਰ ਦੇ ਉੱਤੇ ਹੀ ਹੁੰਦਾ ਕਿ ਕਿਹੜਾ ਜੀਵ ਜੰਤੂ ਹੈ ਜਾਂ ਕਿਹੜਾ ਉਹ ਜਾਨਵਰ ਹੈ ਉਹ ਕਿਸੇ ਖਾਸ ਇਲਾਕੇ ਦੇ ਵਿੱਚ ਕਿਸੇ ਖਾਸ ਇਕੋਲੋਜੀਕਲ ਕੰਡੀਸ਼ਨ ਦੇ ਵਿੱਚ ਉਹ ਅਡਾਪਟ ਕਰ ਸਕਦਾ। ਕੁਝ ਵੀਕ ਹੁੰਦੇ ਆ, ਕੁਝ ਸਟਰੋਂਗ ਹੁੰਦੇ ਆ, ਅਤੇ ਇਹਨਾਂ ਸਾਰਿਆਂ ਦਾ ਬਹੁਤ ਫਾਇਦਾ। ਜੇ ਸਾਰੀ ਜਗ੍ਹਾ ਦੇ ਉੱਤੇ ਇਕਸਾਰਤਾ ਹੋਵੇ, ਮੋਨੋਕਲਚਰ ਹੋਵੇ, ਤਾਂ ਕਈ ਤਰ੍ਹਾਂ ਦੇ ਨੁਕਸ ਜਿਹੜੇ ਪੈਦਾ ਹੋ ਜਾਂਦੇ ਆ, ਜਿਸ ਤਰ੍ਹਾਂ ਐਪੀਡੈਮਿਕਸ ਆ ਸਕਦੀਆਂ ਔਰ ਖੇਤੀਬਾੜੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁੰਦਾ ਔਰ ਆਮ ਜੀਵਨ ਦੇ ਵਿੱਚ ਜਾਨਵਰਾਂ ਦੇ ਵਿੱਚ ਵੀ ਪੌਦਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਤੀਰਾ ਹੁੰਦਾ। ਜਦੋਂ ਹੁਣ ਆਪਾਂ ਈਕੋਸਿਸਟਮ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਾਡੇ ਕੋਲ ਕਮਿਊਨਿਟੀ ਡਾਇਵਰਸਿਟੀ ਆ ਜਾਂਦੀ ਹੈ। ਕਿਸੇ ਖਾਸ ਇਲਾਕੇ ਦੇ ਵਿੱਚ ਆਪਾਂ ਹੁਣ ਮਨੁੱਖਤਾ ਦੀ ਗੱਲ ਕਰੀਏ, ਸਾਡੇ ਵਿੱਚ ਕਈ ਤਰ੍ਹਾਂ ਦਾ ਭਾਈਚਾਰਾ ਹੈ, ਕਈ ਤਰ੍ਹਾਂ ਦੇ ਲੋਕ ਹੈ, ਇੱਕ ਮੋਜ਼ੇਕ ਕਲਚਰ ਹੈ, ਕਈ ਤਰ੍ਹਾਂ ਦਾ ਉਹ ਭੋਜਨ ਖਾਂਦੇ ਆ, ਕਈ ਤਰ੍ਹਾਂ ਦੇ ਕੱਪੜੇ ਪਾਉਂਦੇ ਆ, ਕਈ ਤਰ੍ਹਾਂ ਦੀ ਬੋਲਚਾਲ ਆ, ਕਈ ਤਰ੍ਹਾਂ ਦਾ ਰਹਿਣਾ ਸਹਿਣਾ, ਇਹ ਸਾਰਾ ਕੁਝ ਜਿਹੜਾ ਕਮਿਊਨਿਟੀ ਡਾਇਵਰਸਿਟੀ ਵਿੱਚ ਆ ਜਾਂਦਾ। ਇਸ ਤਰ੍ਹਾਂ ਹੈਬੀਟੈਟ ਡਾਇਵਰਸਿਟੀ ਹੈ ਕਿ ਉਹਨਾਂ ਦੀ ਰਿਹਾਇਸ਼ੀ ਕੰਡੀਸ਼ਨਸ ਕਿਸ ਤਰ੍ਹਾਂ ਦੀਆਂ, ਕਿਸੇ ਕੋਈ ਪਾਣੀ 'ਚ ਰਹਿੰਦਾ, ਕੋਈ ਹਵਾ 'ਚ ਰਹਿੰਦਾ, ਕੋਈ ਪਹਾੜ 'ਤੇ ਰਹਿੰਦਾ, ਕੋਈ ਖੇਤਾਂ 'ਚ ਰਹਿੰਦਾ, ਕੋਈ ਮਿੱਟੀ 'ਚ ਰਹਿੰਦਾ, ਕੋਈ ਲੱਕੜੀ 'ਚ ਰਹਿੰਦਾ। ਇਸ ਤਰ੍ਹਾਂ ਕਰਕੇ ਹੈਬੀਟੈਟ ਡਾਇਵਰਸਿਟੀ ਆਉਂਦੀ ਹੈ। ਇਸੇ ਤਰ੍ਹਾਂ ਲੈਂਡਸਕੇਪਿੰਗ ਡਾਇਵਰਸਿਟੀ ਕਿ ਉਹ ਕਿਸ ਤਰ੍ਹਾਂ ਦੀ ਦਿੱਖ ਪ੍ਰਦਾਨ ਕਰਦੇ ਆ, ਉਹ ਪਰਿਆਵਰਨ ਦੇ ਵਿੱਚ ਜਿਹੜੀ ਵਾਤਾਵਰਨ ਦੇ ਵਿੱਚ ਕਿਸ ਤਰ੍ਹਾਂ ਉਹ ਵਿਚਰਦੇ ਆ, ਇਸ ਦੇ ਵਿੱਚ ਸਾਰੀ ਲੈਂਡਸਕੇਪ ਡਾਇਵਰਸਿਟੀ ਆ ਜਾਂਦੀ ਹੈ। ਇਹਨਾਂ ਦੇ ਕੁਝ ਗੁਣ ਹੁੰਦੇ ਆ। ਜਦੋਂ ਆਪਾਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਹਾਂ ਕਿ ਆਮ ਦੇਖਿਆ ਗਰਮ ਇਲਾਕਿਆਂ ਦੇ ਵਿੱਚ ਠੰਡੇ ਇਲਾਕਿਆਂ ਨਾਲੋਂ ਜਾਂ ਪੋਲਰ ਇਲਾਕਿਆਂ ਨਾਲੋਂ ਜ਼ਿਆਦਾ ਜਿਹੜੇ ਜੀਵ ਜੰਤੂ ਜੈਵਿਕ ਜਿਹੜੀ ਸਪਰਧਾ ਉਹਨਾਂ 'ਚ ਜ਼ਿਆਦਾ ਆ। ਔਰ ਜੇ ਟ੍ਰੋਪਿਕਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸਪੀਸੀਜ਼ ਹੈਗੀਆਂ ਔਰ ਉਹਨਾਂ ਦੇ ਵਿੱਚ ਡੇਟਾ ਵੀ ਸਾਨੂੰ ਜ਼ਿਆਦਾ ਉਪਲਬਧ ਹੈਗਾ ਔਰ ਉਹਨਾਂ ਦੇ ਵਿੱਚ ਇਕੋਲੋਜੀਕਲ ਇੰਟਰੈਕਸ਼ਨ ਜਿਵੇਂ ਆਪਾਂ ਪਹਿਲਾਂ ਗੱਲਾਂ ਬਾਤਾਂ ਕਰ ਚੁੱਕੇ ਹਾਂ ਉਹਦੇ ਵਿੱਚ ਉਹ ਜ਼ਿਆਦਾ ਹੈਗੀਆਂ। ਤਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਠੰਡੇ ਇਲਾਕਿਆਂ ਦੇ ਵਿੱਚ ਜਾਂ ਹਨੇਰੇ ਇਲਾਕਿਆਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾਂ ਪਾਣੀ ਦੇ ਵਿੱਚ ਬਹੁਤ ਡੂੰਘੇ ਥਾਵਾਂ ਦੇ ਉੱਤੇ ਉਹ ਜਾਨਵਰ ਜਾਂ ਜੀਵ ਜਿਹੜੀ ਲਾਈਫ ਨਹੀਂ ਹੈਗੀ, ਉੱਥੇ ਹੈਗੀ ਆ।
ਔਰ ਹਰ ਇੱਕ ਜਿਹੜੀ ਲਾਈਫ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੰਕਸ਼ਨ ਕਰਦੀ ਹੈ ਔਰ ਆਲੇ ਦੁਆਲੇ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਔਰ ਬਾਇਓਡਾਇਵਰਸਿਟੀ ਜਿਹੜੀ ਆਪਾਂ ਗੁਣਵੱਤਾ ਦੀ ਗੱਲ ਕਰੀਏ ਤੇ ਆਪਾਂ ਸਮਝਦੇ ਹਾਂ ਕਿ ਜਿਹੜੇ ਅਨਪ੍ਰੋਟੈਕਟਡ ਜਗ੍ਹਾ ਹੈਗੀਆਂ, ਕੁਝ ਪ੍ਰੋਟੈਕਟਡ ਜਗ੍ਹਾ ਹੈਗੀਆਂ ਜਿਹੜੀਆਂ ਵਾਈਲਡ ਲੈਂਡਸ ਹੈਗੀਆਂ, ਜਿੱਥੇ ਅਨਡਿਸਟਰਬ ਜਗ੍ਹਾ, ਉੱਥੇ ਕੁਆਲਿਟੀ ਜਿਹੜੀ ਹੈ ਬਾਇਓਡਾਇਵਰਸਿਟੀ ਦੀ ਜ਼ਿਆਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਇੰਡੀਜਨਸ ਪੀਪਲ ਹੈ ਜਾਂ ਐਬੋਰੀਜਨਲ ਜਿੱਥੇ ਰਹਿੰਦੇ ਆ, ਉਹ ਉਹਨਾਂ ਇਲਾਕਿਆਂ ਦੇ ਵਿੱਚ ਵੀ ਉਹ ਚੀਜ਼ਾਂ ਦੀ ਹੇਰਫੇਰ ਨਹੀਂ ਕਰਦੇ। ਔਰ ਜਿੱਦਾਂ ਚਿਪਕੋ ਮੂਵਮੈਂਟ ਹੈਗੀ ਆ ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਵਿੱਚ, ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਨੇਟਿਵਸ ਰਹਿੰਦੇ ਆ, ਉਹ ਆਪਣੀਆਂ ਜਿਹੜੀ ਬਾਇਓਡਾਇਵਰਸਿਟੀ ਉਹਨੂੰ ਸੰਭਾਲ ਕੇ ਰੱਖਦੇ ਆ ਔਰ ਉਹਨਾਂ ਦਾ ਖਿਆਲ ਰੱਖਦੇ ਆ। ਤੇ ਬਾਇਓਡਾਇਵਰਸਿਟੀ ਦੀ ਜਿਹੜੀ ਆਪਾਂ ਕਿਸ ਤਰ੍ਹਾਂ ਨਾਪ ਸਕਦੇ ਆ, ਕਿਸ ਤਰ੍ਹਾਂ ਆਪਾਂ ਅੰਦਾਜ਼ਾ ਲਾ ਸਕਦੇ ਕਿ ਕਿਸੇ ਇਲਾਕੇ 'ਚ ਕਿੰਨੀ ਕੁ ਬਾਇਓਡਾਇਵਰਸਿਟੀ ਹੈ। ਆਮ ਤੌਰ ਤੇ ਦੇਖਿਆ ਗਿਆ ਕਿ ਤਕਰੀਬਨ 1.25 ਮਿਲੀਅਨ ਸਪੀਸੀ ਜਿਹੜੀਆਂ ਉਹ ਡਿਸਕ੍ਰਾਈਬ ਹੋ ਚੁੱਕੀਆਂ, ਪਰ ਐਗਜ਼ੈਕਟ ਫਿਗਰ ਦਾ ਪਤਾ ਨਹੀਂ। ਇੱਕ ਐਸਟੀਮੇਟ ਹੈ ਕਿ 100 ਮਿਲੀਅਨ ਤੋਂ ਜ਼ਿਆਦਾ ਸਪੀਸੀਆਂ ਇਸ ਦੁਨੀਆ ਦੇ ਵਿੱਚ ਹੁੰਦੀਆਂ ਹੈ। ਇਹ ਇਸ ਕਰਕੇ ਜ਼ਿਆਦਾ ਸਾਨੂੰ ਨਹੀਂ ਪਤਾ ਕਿਉਂਕਿ ਕਈਆਂ ਇਲਾਕਿਆਂ ਦੇ ਵਿੱਚ ਅਸੀਂ ਜ਼ਿਆਦਾ ਸਟੱਡੀ ਨਹੀਂ ਕਰ ਸਕੇ। ਕੁਝ ਇਲਾਕੇ ਬਹੁਤ ਗਰਮ ਹੈ, ਕੁਝ ਬਹੁਤ ਠੰਡੇ ਹੈ, ਕਈ ਢਕੇ ਇਲਾਕੇ ਹੈ ਔਰ ਕਈ ਬਹੁਤ ਡੂੰਘੇ ਇਲਾਕਿਆਂ ਦੇ ਵਿੱਚ ਅਸੀਂ ਸਟੱਡੀ ਨਹੀਂ ਕਰ ਸਕੇ। ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਪੀਸੀਜ਼ ਆ ਉਹ ਇੰਨੀਆਂ ਛੋਟੀਆਂ ਆ ਉਹ ਕਿ ਉਹਨਾਂ ਨੂੰ ਸਟੱਡੀ ਕਰਨਾ ਬੜਾ ਔਖਾ। ਜਿੱਦਾਂ ਮਾਈਕਰੋਬਸ ਆ, ਵਾਇਰਸਸ ਆ, ਵੀਰੋਇਡਸ ਆ, ਮਾਈਕੋਪਲਾਜ਼ਮਾ ਆ, ਪ੍ਰੋਟੀਸਟ ਆ, ਫੰਜਾਈ ਤੇ ਰਾਉਂਡ ਵਰਮ ਜਿਹੜੇ ਆ, ਪ੍ਰੋਕੈਰੀਓਟ ਵੀ ਹੈਗੇ, ਇਹਨਾਂ 'ਚ ਯੂਕੈਰੀਓਟ ਵੀ ਹੈਗੇ ਆ। ਤੇ ਉਹ ਆਪਾਂ ਕਿਸੇ ਹੋਰ ਵੀਡੀਓ 'ਚ ਡਿਸਕਸ ਕਰਾਂਗੇ। ਲੇਕਿਨ ਇਹਨਾਂ ਗੱਲਾਂ ਕਰਕੇ ਵੀ ਅਸੀਂ ਸਟੱਡੀ ਨਹੀਂ ਕਰ ਪਾ ਰਹੇ। ਔਰ ਕਈ ਸਪੀਸੀਆਂ ਜਿਹੜੀਆਂ ਉਹ ਆਪਸ 'ਚ ਬਿਲਕੁਲ ਇੱਕ ਜੈਸੀਆਂ, ਉਹਨਾਂ ਦੇ ਵਿੱਚ ਟੈਕਸਾ, ਉਹਨਾਂ ਦੇ ਵਿੱਚ ਦਰਖਤ ਇੱਕੋ ਜਿਹੇ ਆ, ਕੋਈ ਮੱਛੀਆਂ ਇੱਕੋ ਜਿਹੀਆਂ, ਕੋਈ ਹੋਰ ਜਾਨਵਰ ਕੀੜੇ ਮਕੌੜੇ ਇੱਕੋ ਜਿਹੇ ਆ, ਜਿਹਨਾਂ ਨੂੰ ਸਟੱਡੀ ਕਰਨਾ ਬੜਾ ਔਖਾ। ਜਦੋਂ ਆਪਾਂ ਬਾਇਓਡਾਇਵਰਸਿਟੀ ਦੀ ਹੁਣ ਗੱਲ ਕੀਤੀ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਇਓਡਾਇਵਰਸਿਟੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਔਰ ਇਸ ਦੁਨੀਆ ਦੇ ਵਿੱਚ ਹਰ ਈਕੋਸਿਸਟਮ ਦੀ ਬਰਕਰਾਰਤਾ ਵਾਸਤੇ ਬਹੁਤ ਜ਼ਰੂਰੀ ਹੈ। ਇਹਨਾਂ ਦੇ ਕੀ ਫਾਇਦੇ ਹੈ ਕਿ ਧਰਤੀ ਦੇ ਉੱਤੇ ਜਿਹੜੀ ਬਾਇਓਡਾਇਵਰਸਿਟੀ ਹੈ ਇਹਦੇ ਬਹੁਤ ਸਾਰੇ ਫਾਇਦੇ ਹੈ, ਕਈ ਤਰ੍ਹਾਂ ਦਾ ਇੰਪੈਕਟ ਹੈ। ਉਹ ਛੋਟੇ ਪੱਧਰ ਤੇ ਵੀ ਇੰਪੈਕਟ ਹੈਗਾ, ਵੱਡੇ ਪੱਧਰ ਦੇ ਉੱਤੇ ਜਾਣੀ ਕਿ ਮਾਈਕਰੋ ਲੈਵਲ ਤੇ ਵੀ, ਮੈਕਰੋ ਲੈਵਲ ਤੇ ਵੀ ਉਹਦਾ ਇੰਪੈਕਟ ਹੁੰਦਾ ਆ। ਔਰ ਬਹੁਤ ਤਰ੍ਹਾਂ ਦੇ ਰਿਸੋਰਸਸ ਹੈਗੇ ਇਸ ਧਰਤੀ ਦੇ ਉੱਤੇ, ਉਹ ਸਾਰੇ ਬਾਇਓਡਾਇਵਰਸਿਟੀ ਦੇ ਉੱਤੇ ਨਿਰਭਰ ਕਰਦੇ ਆ। ਤੇ ਸਾਨੂੰ ਬਹੁਤ ਕੁਝ ਮਿਲਦਾ ਬਾਇਓਡਾਇਵਰਸਿਟੀ 'ਚੋਂ, ਭੋਜਨ ਮਿਲਦਾ ਖਾਣ ਨੂੰ, ਖੇਤੀਬਾੜੀ ਰਾਹੀਂ ਪਾਣੀ ਮਿਲਦਾ, ਔਰ ਸਾਨੂੰ ਜੀਵ ਜੜੀ ਬੂਟੀਆਂ ਮਿਲਦੀਆਂ, ਦਵਾਈਆਂ ਮਿਲਦੀਆਂ, ਤੇ ਹਵਾ ਮਿਲਦੀ ਹੈ, ਤੇ ਹੋਰ ਬਹੁਤ ਖਣਿਜ ਪਦਾਰਥ ਜਿਹੜੇ ਆ ਮਿਲਦੇ ਆ, ਸਾਰਾ ਕੁਝ ਮਿਲਦਾ। ਔਰ ਇਸ ਕਈ ਦੇਸ਼ ਜਿਹੜੇ ਆ ਉਹਨਾਂ ਦੇ ਵਿੱਚ ਈਕੋ ਟੂਰਿਜ਼ਮ ਉਹਨਾਂ ਨੇ ਸ਼ੁਰੂ ਕੀਤਾ ਕਿ ਜਿਹੜੇ ਲੋਕ ਉੱਥੇ ਜਾਂਦੇ ਆ ਉਹ ਬਾਇਓਡਾਇਵਰਸਿਟੀ ਦੇਖਦੇ ਆ। ਫਾਰ ਐਗਜ਼ਾਮਪਲ ਮੈਂ ਦੱਸਦਾ ਕਿ ਕੈਨੇਡਾ ਦੇ ਵਿੱਚ ਮੈਂ ਦੇਖਿਆ ਉਹਨਾਂ ਨੇ ਸੰਭਾਲ ਕੇ ਇੱਕ ਪਾਰਕ ਰੱਖਿਆ, ਉਹਦੇ ਵਿੱਚ ਬੀਵਰਸ ਜਿਹੜਾ ਹੈਗਾ ਜਾਨਵਰ, ਉਹਦਾ ਜਿਹੜਾ ਡੈਮ ਬਣਾ ਕੇ ਉਹਨਾਂ ਰੱਖਿਆ। ਲੋਕ ਜਾ ਕੇ ਦੇਖਦੇ ਆ ਕਿਸ ਤਰ੍ਹਾਂ ਉਹ ਬਣਾਉਂਦਾ, ਕਿਸ ਤਰ੍ਹਾਂ ਰਹਿੰਦਾ, ਔਰ ਈਕੋ ਟੂਰਿਜ਼ਮ ਨੂੰ ਜਿਹੜਾ ਬੜਾਵਾ ਮਿਲਦਾ, ਪੈਸੇ ਰੈਵਨਿਊ ਵੀ ਜਨਰੇਟ ਹੁੰਦਾ ਉਸ ਕੰਟਰੀ ਵਾਸਤੇ। ਔਰ ਜਿਹੜੇ ਬਾਇਓਡਾਇਵਰਸਿਟੀ ਹੈ ਸਾਨੂੰ ਕੁਦਰਤੀ ਜਿਹੜੀਆਂ ਆਫਤਾਂ ਹੈਗੀਆਂ ਉਹਨਾਂ ਤੋਂ ਬਚਾਉਂਦੀ ਵੀ ਹੈ, ਔਰ ਇਹ ਵਾਤਾਵਰਨ ਔਰ ਸਾਰਾ ਜਿਹੜਾ ਮੌਸਮ ਹੈ ਉਸ ਨੂੰ ਰੈਗੂਲੇਟ ਕਰਦੀ ਹੈ, ਔਰ ਜ਼ਮੀਨ ਦੀ ਜਿਹੜੀ ਉਪਜਾਊਪਣ ਨੂੰ ਸੁਧਾਰਦੀ ਹੈ। ਕਈ ਤਰ੍ਹਾਂ ਦੀਆਂ ਦਵਾਈਆਂ ਸਾਨੂੰ ਮਿਲਦੀਆਂ। ਆਮ ਤੌਰ ਤੇ ਦੇਖਿਆ ਕਿ 40% ਜਿਹੜੀਆਂ ਦਵਾਈਆਂ ਹੈ ਉਹ ਡਾਇਰੈਕਟਲੀ ਸਾਨੂੰ ਜੰਗਲੀ ਜੜੀ ਬੂਟੀਆਂ ਤੋਂ, ਜੰਗਲੀ ਪੇੜ ਪੌਦਿਆਂ ਤੋਂ ਮਿਲਦੀਆਂ। ਔਰ ਦੂਸਰੀ ਜਿਹੜੇ ਦਵਾਈਆਂ ਹੈਗੀਆਂ ਉਹ ਅਸੀਂ ਉਹਨਾਂ ਦੀ ਕੈਮਿਸਟਰੀ ਨੂੰ ਸਟੱਡੀ ਕਰਕੇ, ਉਹਨਾਂ ਵਿੱਚ ਐਕਟਿਵ ਇਨਗਰੀਡੀਐਂਟਸ ਨੂੰ ਐਨਾਲਾਈਜ਼ ਕਰਕੇ ਉਹਨਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ। ਔਰ ਜੇ ਪਲਾਂਟਸ ਨਾ ਹੋਣ ਤਾਂ ਆਕਸੀਜਨ ਨਹੀਂ ਹੋਏਗੀ। ਆਪਾਂ ਸਾਰੇ ਜਾਣਦੇ ਆ ਕਿ ਪੌਦੇ ਜਿਹੜੇ ਆ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਫੋਟੋਸਿੰਥੇਸਿਸ ਕਰਕੇ ਆਕਸੀਜਨ ਸਾਨੂੰ ਦਿੰਦੇ ਆ, ਇਸ ਕਰਕੇ ਪੌਦੇ ਬਹੁਤ ਜ਼ਰੂਰੀ ਆ। ਔਰ ਪੌਦੇ ਜਿਹੜੇ ਆ ਬਾਇਓਡਾਇਵਰਸਿਟੀ ਦਾ ਬਹੁਤ ਵੱਡਾ ਅੰਗ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਮਧੂ ਮੱਖੀਆਂ ਹੈਗੀਆਂ ਉਹ ਕਈ ਫਸਲਾਂ ਦੇ ਵਿੱਚ ਉਹ ਬਹੁਤ ਯੋਗਦਾਨ ਪਾਉਂਦਾ, ਮੈਡੀਸਨਲ ਸ਼ਹਿਦ ਵੀ ਦਿੰਦੀਆਂ, ਨਾਲ ਉਹ ਪੋਲੀਨੇਸ਼ਨ ਕਰਕੇ ਸਾਡਾ ਜਿਹੜਾ ਝਾੜ ਵੀ ਵਧਾਉਂਦੀਆਂ, ਬਹੁਤ ਉਹ ਫਾਇਦਾ ਕਰਦੀਆਂ। ਔਰ ਬਾਇਓਡਾਇਵਰਸਿਟੀ ਜਿਹੜੀ ਹੈ ਇਹ ਦੇਖਿਆ ਗਿਆ ਕਿ ਸਮੇਂ ਦੇ ਨਾਲ ਨਾਲ ਇਸ ਦੇ ਵਿੱਚ ਘਾਣ ਹੋ ਰਿਹਾ, ਇਹਦੇ ਵਿੱਚ ਗਿਰਾਵਟ ਆ ਰਹੀ ਹੈ। ਕਿਉਂ ਗਿਰਾਵਟ ਆ ਰਹੀ ਹੈ? ਇੱਕ ਯੂਨਾਈਟਿਡ ਨੇਸ਼ਨਸ ਦੀ ਇੰਟਰਨੈਸ਼ਨਲ ਕੋਲੀਸ਼ਨ ਆਫ ਸਾਇੰਟਿਸਟ ਇੱਕ ਬਾਡੀ ਸੀ, ਉਹਨਾਂ ਨੇ ਦੇਖਿਆ ਕਿ ਪਿਛਲੇ ਜਿਹੜੇ ਹੈ ਕਿ ਅਗਲੇ ਜਿਹੜੇ ਸਾਡੇ ਤਕਰੀਬਨ 80 ਸਾਲਾਂ ਦੇ ਵਿੱਚ ਅਸੀਂ 1 ਮਿਲੀਅਨ ਜਿਹੜੀਆਂ ਸਪੀਸੀਜ਼ ਜਿਹਨਾਂ ਬਾਰੇ ਅਸੀਂ ਜਾਣਦੇ ਹਾਂ ਉਹ ਘਟ ਜਾਣਗੀਆਂ। ਔਰ ਜਿਹੜੇ ਟਾਈਗਰਸ ਆ, ਸ਼ੇਰ ਹੈ, ਉਹ 97% ਪਾਪੂਲੇਸ਼ਨ ਉਹਨਾਂ ਦੀ ਜਿਹੜੀ ਘਟ ਗਈ ਹੈ। ਔਰ ਜਿਹੜੇ ਮਾਈਗ੍ਰੇਟਰੀ ਬਰਡ ਸਾਈਬੇਰੀਆ ਤੋਂ ਆਉਂਦੇ ਆ, ਇੰਡੀਆ, ਚਾਈਨਾ, ਰਸ਼ੀਆ ਵੱਲ ਨੂੰ ਆਉਂਦੇ ਆ, ਔਰ ਉਹਨਾਂ ਦੀ ਪਾਪੂਲੇਸ਼ਨ ਦੇ ਵਿੱਚ ਵੀ 70% ਗਿਰਾਵਟ ਹੋ ਚੁੱਕੀ ਹੈ। ਔਰ ਕੁਛ ਹੀ ਦਹਾਕਿਆਂ ਦੇ ਵਿੱਚ ਜਿਹੜਾ ਸਾਡਾ ਮਨੁੱਖੀ ਤੇ ਜਿਹੜਾ ਪਸ਼ੂਆਂ ਦਾ ਜਿਹੜਾ ਬਾਇਓਮਾਸ ਹੈ ਉਹ 24 ਗੁਣਾ ਜ਼ਿਆਦਾ ਵੱਧ ਗਿਆ, ਕਿਉਂਕਿ ਅਸੀਂ ਇਹ ਪਸ਼ੂਆਂ ਦੇ ਉੱਤੇ ਔਰ ਮੈਮਲਸ ਦੇ ਉੱਤੇ, ਹੋਰ ਜਾਨਵਰਾਂ ਦੇ ਉੱਤੇ ਨਿਰਭਰ ਕਰਦੇ ਹਾਂ। ਔਰ ਕਈ ਤਰ੍ਹਾਂ ਦੇ ਜਿਹੜੇ ਟਾਈਗਰ ਹੈ, ਜਿਹੜੇ ਸ਼ੇਰ ਹੈ,
ਉਹ ਜਿਹੜੇ ਏਸ਼ੀਆ ਦੇ ਵਿੱਚ ਘੁੰਮਦੇ ਫਿਰਦੇ ਹੁੰਦੇ ਸੀਗੇ ਹੁਣ ਉਹ ਐਕਸਟਿੰਕਟ ਹੋ ਚੁੱਕੇ ਆ ਔਰ ਖਤਮ ਹੋ ਚੁੱਕੇ ਆ ਔਰ ਉਹਨਾਂ ਦੀਆਂ ਪ੍ਰਜਾਤੀਆਂ ਨਹੀਂ ਲੱਭਦੀਆਂ। ਇੱਕ ਸਾਈਬੇਰੀਅਨ ਟਾਈਗਰ ਹੈ, ਉਹ ਵੀ ਇੱਕ ਇੰਡੇਂਜਰਡ ਸਪੀਸੀ ਹੈ ਔਰ ਇੱਕ ਕੁਦਰਤੀ ਪ੍ਰੋਸੈਸ ਹੈ ਕਿ ਚੀਜ਼ਾਂ ਆਉਂਦੀਆਂ ਰਹਿੰਦੀਆਂ, ਚੀਜ਼ਾਂ ਜਾਂਦੀਆਂ ਰਹਿੰਦੀਆਂ। ਇੱਕ ਸਟੱਡੀ ਹੋਈ ਹੈ, ਉਸ ਹਿਸਾਬ ਨਾਲ ਐਸਟੀਮੇਟ ਲਾਇਆ ਗਿਆ ਕਿ 500 ਤੋਂ 1000 ਸਾਲ ਦੇ ਵਿੱਚ ਜਿਹੜੀ ਬੈਕਗਰਾਊਂਡ ਰੇਟ ਆਫ ਐਕਸਟਿੰਕਸ਼ਨ ਜਿਹੜੀ ਇਹ ਮੈਂ ਦੱਸਿਆ ਕਿ ਇਹ ਇਸ ਤਰ੍ਹਾਂ ਉਸ ਸਮੇਂ ਦੇ ਵਿੱਚ ਦੌਰਾਨ ਇਹ ਚੀਜ਼ਾਂ ਘਟਦੀਆਂ ਰਹਿੰਦੀਆਂ। ਔਰ ਬਾਇਓਡਾਇਵਰਸਿਟੀ ਦਾ ਜਿਹੜਾ ਘਾਟਾ ਹੈ ਸਾਡੇ ਲਈ ਬਹੁਤ ਇੱਕ ਖਤਰੇ ਦੀ ਘੰਟੀ ਹੈ ਔਰ ਸਾਡੇ ਲਈ ਇੱਕ ਬਹੁਤ ਵੱਡਾ ਇਹ ਥ੍ਰੈਟ ਹੈ ਕਿ ਥ੍ਰੈਟ ਜਿਹੜੀ ਅਰਬਨਾਈਜੇਸ਼ਨ ਹੋ ਰਹੀ ਹੈ, ਇੰਡਸਟਰੀਅਲਾਈਜੇਸ਼ਨ ਹੋ ਰਹੀ ਹੈ, ਉਹਨਾਂ 'ਚ ਜ਼ਮੀਨਾਂ ਜਿਹੜੀਆਂ ਉਹ ਹੋਰ ਪਰਪਸ ਲਈ ਵਰਤੀਆਂ ਜਾ ਰਹੀਆਂ ਔਰ ਖੇਤੀਬਾੜੀ ਵਿੱਚ ਅਸੀਂ ਭੋਜਨ ਪ੍ਰੋਡਕਸ਼ਨ ਵਾਸਤੇ ਜਿਹੜੀ ਜ਼ਮੀਨ ਹੈ ਉਹ ਘਟ ਰਹੀ ਹੈ ਔਰ ਇਸੇ ਤਰ੍ਹਾਂ ਸਮੁੰਦਰਾਂ ਦੇ ਇਲਾਕਿਆਂ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਕੰਸਟਰਕਸ਼ਨਸ ਹੋ ਰਹੀਆਂ ਜਿਨ੍ਹਾਂ ਕਰਕੇ ਇਹ ਪ੍ਰਭਾਵ ਪੈ ਰਿਹਾ। ਔਰ ਬਾਇਓਡਾਇਵਰਸਿਟੀ ਜਿਹੜੀ ਹੈ ਉਹਨੂੰ ਇੱਕ ਸਪੇਸ ਚਾਹੀਦੀ ਹੈ ਔਰ ਕਿਸੇ ਵੀ ਜਾਨਵਰ ਵਾਸਤੇ, ਕਿਸੇ ਵੀ ਜੀਵ ਵਾਸਤੇ ਰਹਿਣ ਲਈ ਜਗ੍ਹਾ ਚਾਹੀਦੀ ਹੈ ਔਰ ਖਾਣ ਲਈ ਭੋਜਨ ਚਾਹੀਦਾ। ਔਰ ਜਦੋਂ ਆਪਾਂ ਇਹ ਵਾਈਲਡ ਲੈਂਡ ਤੇ ਉਹਨਾਂ ਦਾ ਹੈਬਿਟੈਟ ਡਿਸਟਰਬ ਹੋਏਗਾ, ਚਾਹੇ ਉਹ ਇੰਡਸਟਰੀਅਲ ਐਕਟੀਵਿਟੀ ਕਰਕੇ ਹੋਵੇ ਜਾਂ ਉਹ ਅਰਬਨਾਈਜੇਸ਼ਨ ਕਰਕੇ ਹੋਵੇ, ਤਾਂ ਸਾਨੂੰ ਬਾਇਓ ਜਿਹੜੀ ਡਾਇਵਰਸਿਟੀ ਉਹ ਪ੍ਰਭਾਵਿਤ ਹੁੰਦੀ ਹੈ। ਹੁਣ ਖੇਤੀਬਾੜੀ ਦੀ ਗੱਲ ਕਰ ਲਈਏ, ਇੰਡੋ ਗੰਗੈਟਿਕ ਪਲੇਨ ਜਦੋਂ ਗ੍ਰੀਨ ਰੈਵੋਲੂਸ਼ਨ ਆਈ, ਜਿੱਦਾਂ ਇੰਡੀਆ ਦੇ ਵਿੱਚ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼, ਉਹਦੇ ਵਿੱਚ ਜ਼ਿਆਦਾ ਰਾਈਸ ਤੇ ਵੀਟ ਜਿਹੜਾ ਕਣਕ ਝੋਨੇ ਦਾ ਚੱਕਰ ਕੀਤਾ ਜਾਂਦਾ ਔਰ ਖਰੀਫ ਦੇ ਮੌਸਮ ਦੇ ਵਿੱਚ ਜਿਹੜੇ ਮਿਲਟ ਸੀਗੇ ਔਰ ਜਿਹੜੇ ਮੱਕੀ ਸੀਗੀ, ਜਿਹੜੀ ਗਰਾਊਂਡ ਨਟ ਜਿਹੜੀ ਮੂੰਗਫਲੀ ਸੀਗੀ ਔਰ ਨਰਮਾ ਕਪਾਹ, ਉਹਦਾ ਏਰੀਆ ਜਿਹੜਾ ਘਟ ਗਿਆ ਔਰ ਕਣਕ ਝੋਨੇ ਦਾ ਜਿਹੜਾ ਏਰੀਆ ਵੱਧ ਗਿਆ। ਇਸੇ ਤਰ੍ਹਾਂ ਹੀ ਰੱਬੀ ਦੀ ਫਸਲ ਦੇ ਵਿੱਚ ਕਣਕ ਦਾ ਏਰੀਆ ਵੱਧ ਗਿਆ ਤੇ ਰੇਪਸੀਡ, ਮਸਟਰਡ, ਚਿਕਪੀ, ਆਇਲ ਸੀਡ ਦੇ ਥੱਲੇ ਜਿਹੜਾ ਏਰੀਆ ਘਟ ਗਿਆ। ਤੇ ਇਹ ਹੁਣ ਆਪਾਂ ਬਹੁਤ ਜ਼ਰੂਰੀ ਹੈ ਕਿ ਜਾਣੀਏ ਕਿ ਬਾਇਓਡਾਇਵਰਸਿਟੀ ਜਿਹੜੀ ਹੈ ਘਟ ਕਿਉਂ ਰਹੀ ਹੈ, ਤਾਂ ਕਿ ਉਹਨਾਂ ਕਾਰਨਾਂ ਦੇ ਉੱਤੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਕਿਸੇ ਢੰਗ ਨਾਲ ਰੋਕਿਆ ਜਾਵੇ। ਇੱਕ ਹਿੱਪੋ WBC ਜਿਹੜਾ ਹੈਗਾ ਉਹ ਕਾਰਨ ਹੈਗੇ ਆ ਕਿ ਸਾਡੀ ਜਿਹੜੀ ਐਕਸਟਿੰਕਸ਼ਨ ਹੋ ਰਹੀ ਹੈ ਕਿਉਂ ਹੋ ਰਹੀ ਹੈ। ਹੈਬਿਟੈਟ ਅਲਟਰੇਸ਼ਨ, ਜਿਨ੍ਹਾਂ ਨਾਲ ਚੇਂਜਿੰਗ ਅਬੋਰਡਸ, ਉਹਨਾਂ ਦੇ ਰਹਿਣ ਸਹਿਣ ਦਾ ਢੰਗ ਤਰੀਕਾ ਬਦਲਣ ਵਾਸਤੇ ਹੈਬਿਟੈਟ ਜਿਹੜੀ ਬਦਲਾਅ ਆ ਰਿਹਾ ਔਰ ਦੂਸਰੀਆਂ ਸਪੀਸ਼ੀਜ਼ ਆ ਰਹੀਆਂ, ਦੂਜਿਆਂ ਨੂੰ ਖਾ ਰਹੀਆਂ ਔਰ ਪ੍ਰੈਡੇਸ਼ਨ ਹੋ ਰਹੀ ਹੈ, ਇਹ ਵੀ ਇੱਕ ਕਾਰਨ ਹੈ। ਪ੍ਰਦੂਸ਼ਣ ਜਿਹੜਾ ਹੈ ਪਾਣੀ ਦਾ ਹੋਵੇ, ਮਿੱਟੀ ਦਾ ਹੋਵੇ, ਹਵਾ ਦਾ ਹੋਵੇ, ਐਸਿਡ ਰੇਨ, ਜੰਗਲਾਂ ਨੂੰ ਅੱਗ ਲੱਗਣੀ, ਇਹਨਾਂ ਕਾਰਨ ਵੀ ਪੋਲਿਊਸ਼ਨ ਹੁੰਦਾ ਔਰ ਬਾਇਓਡਾਇਵਰਸਿਟੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ। ਪਾਪੂਲੇਸ਼ਨ ਦੇ ਵਿੱਚ ਗਰੋਥ ਜਿਹੜੀ ਹੈ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਔਰ ਉਨੀ ਸਾਡੇ ਕੋਲ ਨੈਚੁਰਲ ਰਿਸੋਰਸਿਸ ਨਹੀਂ ਹੈਗੇ, ਨੈਚੁਰਲ ਫੂਡ ਨਹੀਂ ਹੈਗਾ ਕਿ ਉਹਨਾਂ ਨੂੰ ਸਸਟੇਨ ਕੀਤਾ ਜਾ ਸਕੇ। ਇਸ ਕਰਕੇ ਪਾਪੂਲੇਸ਼ਨ ਗਰੋਥ ਵੀ ਇੱਕ ਬਾਇਓਡਾਇਵਰਸਿਟੀ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਨ ਹੈ। ਓਵਰ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ, ਇੰਟੈਂਸਿਵ ਐਗਰੀਕਲਚਰ ਦੇ ਨਾਲ, ਇੰਡਸਟਰੀਲਾਈਜੇਸ਼ਨ ਦੇ ਨਾਲ, ਹੋਰ ਤਰੀਕਿਆਂ ਦੇ ਨਾਲ ਜਿਹੜੀ ਆਪਾਂ ਐਕਸਪਲੋਇਟੇਸ਼ਨ ਕਰਦੇ ਆ, ਉਹ ਓਵਰ ਐਕਸਪਲੋਇਟੇਸ਼ਨ ਹੋ ਰਹੀ ਹੈ। ਵਾਰ ਕੰਟਰੀਜ਼ ਜਿਹੜੀਆਂ ਕਸ਼ੀਦਗੀ ਉਹਨਾਂ ਦੇ ਵਿੱਚ ਇੰਨੀ ਆ, ਦੇ ਆਰ ਐਟ ਦੇ ਡੈਗਰਸ ਡਰਾਨ, ਉਹ ਵੈਪਨ ਤੇ ਵਾਰ ਜਿਹੜੇ, ਚਾਹੇ ਨਿਊਕਲੀਅਰ ਵਾਰ ਦਾ ਵੀ ਖਤਰਾ ਹੈਗਾ, ਉਹਨਾਂ ਦੇ ਨਾਲ ਵੀ ਜਿਹੜੀ ਹੈ ਜੇ ਕਿਸੇ ਅਨਫੋਰਚੂਨੇਟਲੀ ਇਸ ਤਰ੍ਹਾਂ ਦੀ ਕੋਈ ਹੋ ਜਾਂਦੀ ਹੈ ਤਾਂ ਉਹਦੇ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਔਰ ਇਕਨੋਮਿਕ ਲਾਸ ਵੀ ਹੁੰਦਾ ਔਰ ਉਹਦੇ ਨਾਲ ਸਾਡੀ ਬਾਇਓਡਾਇਵਰਸਿਟੀ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇੱਕ ਬਾਇਓ ਟੈਰਰਿਜ਼ਮ, ਜਿਸ ਤਰ੍ਹਾਂ ਕੋਵਿਡ ਵਰਗੇ ਵਾਇਰਸਿਸ ਛੱਡੇ ਜਾਂਦੇ ਆ ਔਰ ਇਸ ਤਰ੍ਹਾਂ ਹੋਰ ਉਹ ਜ਼ਿਆਦਾ ਨੁਕਸਾਨ ਕਰਨ ਵਾਲੇ, ਫਸਲਾਂ ਨੂੰ ਨੁਕਸਾਨ ਕਰਨ ਵਾਲੇ ਜਿਹੜੇ ਡਿਜ਼ੀਜ਼ ਆਰਗੈਨਿਜ਼ਮਸ ਹੈਗੇ ਆ, ਪੈਥੋਜਨਸ ਹੈਗੇ ਆ, ਔਰ ਉਹਨਾਂ ਨੂੰ ਵੀ ਕਈ ਇੰਟੈਂਸ਼ਨਲ ਤਰੀਕੇ ਦੇ ਨਾਲ ਰਿਲੀਜ਼ ਕੀਤਾ ਜਾਂਦਾ ਕਿ ਐਗਰੀਕਲਚਰਲ ਬਾਇਓ ਟੈਰਰਿਜ਼ਮ ਜਿਹੜਾ, ਉਹਦੇ ਨਾਲ ਵੀ ਬਾਇਓਡਾਇਵਰਸਿਟੀ ਜਿਹੜੀ ਪ੍ਰਭਾਵਿਤ ਹੁੰਦੀ ਹੈ। ਔਰ ਕੁਦਰਤੀ ਆਫਤਾਂ ਜਿਹੜੀਆਂ, ਭੂਚਾਲ ਆ ਗਿਆ, ਕਿਤੇ ਫਲੱਡ ਆ ਗਏ, ਕਿਤੇ ਸੁਨਾਮੀ ਆ ਗਈ, ਇਸ ਤਰ੍ਹਾਂ ਤਰੀਕੇ ਨਾਲ ਵੀ ਜਿਹੜੀ ਹੈ ਬਾਇਓਡਾਇਵਰਸਿਟੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ। ਇਹਨਾਂ ਨੂੰ ਵੀ ਸਟੱਡੀ ਕਰਨਾ ਚਾਹੀਦਾ ਕਿ ਇਹਨਾਂ ਦੇ ਉੱਤੇ ਆਪਾਂ ਕਿਸ ਤਰ੍ਹਾਂ ਕਾਬੂ ਪਾ ਸਕੀਏ ਔਰ ਬਾਇਓਡਾਇਵਰਸਿਟੀ ਨੂੰ ਕਿਵੇਂ ਪ੍ਰੋਟੈਕਟ ਕਰ ਸਕੀਏ। ਆਪਾਂ ਜਿਹੜੇ ਮਨੁੱਖ ਹੈ, ਸਾਨੂੰ ਕੁਦਰਤ ਦੀ ਜਿਹੜੀ ਹਮੇਸ਼ਾ ਹੀ ਲੋੜ ਹੈ ਤਾਂ ਕਿ ਆਪਾਂ ਕੁਦਰਤ ਦੇ ਨਾਲ ਨਾਲ ਆਪ ਵੀ ਰਹਿ ਸਕੀਏ। ਤੇ ਇਹ ਕਿਹਾ ਜਾਂਦਾ ਤਕਰੀਬਨ ਕਿ ਇਸ ਸਾਡਾ ਨੀਲਾ ਗ੍ਰਹਿ ਜਿਹੜਾ ਧਰਤੀ ਹੈ ਔਰ ਇਹਦੇ ਜਿਹੜੇ ਸਮੁੰਦਰ ਹੈ, ਇਹਦੇ ਵਿੱਚ 50% ਪ੍ਰੋਟੈਕਸ਼ਨ ਜਿਹੜੀ ਹੈ ਉਹ ਸਾਨੂੰ ਬਾਇਓਡਾਇਵਰਸਿਟੀ ਦੀ ਕਰਨੀ ਚਾਹੀਦੀ ਹੈ ਔਰ ਸਾਨੂੰ ਜਿਹੜੇ ਜੰਗਲਾਤ ਹੋਰ ਵਧਾਉਣੇ ਪੈਣਗੇ, ਹਰਿਆਵਲ ਵਧਾਉਣੀ ਪਏਗੀ, ਹਰੀ ਛਤਰੀ ਜਿਹੜੀ ਹੈ ਉਹ ਜ਼ਿਆਦਾ ਤੇਜ਼ ਕਰਨੀ ਪਏਗੀ ਤਾਂ ਕਿ ਅਸੀਂ ਹੋਰ ਬੂਟੇ ਲਾ ਸਕੀਏ, ਹੋਰ ਪਲਾਂਟੇਸ਼ਨ ਕਰ ਸਕੀਏ। ਔਰ ਸਾਲ 2030 ਤੱਕ ਜਿਹੜੇ ਯੂਨਾਈਟਿਡ ਨੇਸ਼ਨਸ ਦੀ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ, ਉਹਦੇ ਹਿਸਾਬ ਦੇ ਨਾਲ ਵੀ ਇਸ ਦੇ ਉੱਤੇ ਜ਼ੋਰ ਦਿੱਤਾ ਜਾਣਾ ਜਿਹੜਾ ਉਹ ਐਮਫੇਸਾਈਜ਼ ਕੀਤਾ ਗਿਆ ਹੈ ਤਾਂ ਕਿ ਅਸੀਂ ਜਿਹੜੇ ਮੌਸਮੀ ਬਦਲਾਅ ਹੈ,
ਜਾਂ ਜਿਹੜੇ ਐਕਸਟਿੰਕਸ਼ਨ ਦੀਆਂ ਐਮਰਜੈਂਸੀ ਹੈ ਉਹਨਾਂ ਦੇ ਉੱਤੇ ਕਾਬੂ ਪਾ ਸਕੀਏ। ਔਰ ਪੁਰਾਣੇ ਜ਼ਮਾਨੇ ਦੇ ਵਿੱਚ ਮੈਂ ਦੱਸਦਾ, ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਵੀ ਇੱਕ ਕਲਚਰ ਸੀਗਾ ਕਿ ਜਿਹੜੇ ਵਿਆਹ ਕੀਤੇ ਜਾਂਦੇ ਸੀਗੇ ਔਰ ਦੂਰ ਦਰਾਡੇ ਰਿਸ਼ਤੇਦਾਰੀਆਂ ਵਿੱਚ ਕੀਤੇ ਜਾਂਦੇ ਸੀਗੇ। ਔਰ ਜਿਹੜੇ ਗੋਤ ਹੈ ਉਹ ਮੈਰਿਜ ਦੇ 2 ਮਦਰ ਸਾਈਡ ਵੱਲੋਂ, 2 ਫਾਦਰ ਸਾਈਡ ਵੱਲੋਂ, ਤਾਂ ਕਿ ਜੈਨੇਟਿਕ ਡਾਇਵਰਸਿਟੀ ਜਿਹੜੀ ਹੈ ਗਾਂ ਬੱਚੇ ਜਿਹੜੇ ਪੈਦਾ ਹੋਣੇ ਆ ਉਹਨਾਂ ਦੇ ਵਿੱਚ ਜੈਨੇਟਿਕ ਡਾਇਵਰਸਿਟੀ ਜਿਹੜੀ ਆ ਉਹ ਆ ਸਕੇ। ਆਈ ਥਿੰਕ ਇਹ ਵੀ ਇੱਕ ਪੁਰਾਣਾ ਇੱਕ ਤਰੀਕਾ ਸੀ ਸਾਡਾ, ਸਦੀਆਂ ਤੋਂ ਚੱਲਿਆ ਆ ਰਿਹਾ ਕਿ ਅਸੀਂ ਕਿਸ ਤਰ੍ਹਾਂ ਜੈਨੇਟਿਕ ਜਿਹੜੀ ਹੈਟੀਰੀਓ ਜੈਨੇਟੀ ਲਿਆਂਦੀ ਜਾਵੇ ਔਰ ਇਸ ਨਾਲ ਬਾਇਓਡਾਇਵਰਸਿਟੀ ਜਿਹੜੀ ਪ੍ਰੋਟੈਕਟ ਕਰਨ 'ਚ ਮਦਦ ਮਿਲਦੀ ਸੀਗੀ। ਔਰ ਜੇ ਇਸੇ ਤਰ੍ਹਾਂ ਹੀ ਆਪਾਂ ਐਗਰੀਕਲਚਰ ਦੀ ਗੱਲ ਕਰਦੇ ਹਾਂ ਕਿ ਡਿਪਲੋਇਮੈਂਟ ਆਫ ਜੀਨਸ, ਵਰਾਇਟੀਜ਼ ਦੇ ਵਿੱਚ ਅਲੱਗ-ਅਲੱਗ ਜੀਨ ਹੁੰਦੇ ਆ, ਕੁਝ ਵਰਾਇਟੀ ਸਸੈਪਟੇਬਲ ਹੁੰਦੀਆਂ, ਕੁਝ ਰੈਜ਼ਿਸਟੈਂਟ ਹੁੰਦੀਆਂ। ਔਰ ਜੇ ਇਹਨਾਂ ਵਰਾਇਟੀਜ਼ ਨੂੰ ਸਮੇਂ ਦੇ ਨਾਲ ਟੈਂਪੋਰਲੀ ਜਾਂ ਸਪੇਸ਼ਲੀ ਸਪੇਸ ਦੇ ਹਿਸਾਬ ਨਾਲ ਪਲੈਨਿੰਗ ਕੀਤੀ ਜਾਵੇ ਕਿ ਕਿਹੜੀ ਵਰਾਇਟੀ ਕਿੱਥੇ ਲਾਈ ਜਾਵੇ, ਮੋਨੋਕਲਚਰ ਨੂੰ ਬ੍ਰੇਕ ਕੀਤਾ ਜਾਵੇ, ਤਾਂ ਮੈਂ ਸਮਝਦਾ ਕਿ ਪੈਥੋਜਨ ਤੇ ਕੀੜੇ ਮਕੌੜਿਆਂ ਦੇ ਜਿਹੜਾ ਅਟੈਕ ਹੈ ਉਸ ਤੋਂ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾਂਦਾ। ਔਰ ਜਿੱਦਾਂ KSML ਮਲਟੀ ਲਾਈਨਸ ਕੰਸੈਪਟ ਹੈ ਕਿ ਜੀਨਸ ਨੂੰ ਇੱਕ ਕ੍ਰੌਪ ਦੇ ਵਿੱਚ ਪਾਤੇ ਜਾਂਦੇ ਬਹੁਤ ਸਾਰੇ ਜੀਨ, ਉਹਦੇ ਨਾਲ ਬਾਇਓਡਾਇਵਰਸਿਟੀ ਜਿਹੜੀ ਬਣੀ ਰਹਿੰਦੀ ਜੈਨੇਟਿਕ, ਤਾਂ ਸਾਡਾ ਜਿਹੜਾ ਨੁਕਸਾਨ ਹੋਣ ਤੋਂ ਬਚ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਕਲਚਰ ਹੈ, ਪੰਜਾਬੀ ਕਲਚਰ ਦੇ ਵਿੱਚ ਤਾਂ ਬਹੁਤ ਸਮਿਆਂ ਤੋਂ ਦੇਖਿਆ ਗਿਆ ਕਿ ਗੀਤ ਤੇ ਆਮ ਫੋਕ ਸੌਂਗਸ ਜਿਹੜੇ ਆ ਵਿਆਹਾਂ ਸ਼ਾਦੀਆਂ ਦੇ ਉੱਤੇ ਵੀ ਕਲਚਰ ਦਾ ਪਾਰਟ ਸੀ ਕਿ ਉਹਦੇ ਵਿੱਚ ਬਾਇਓਡਾਇਵਰਸਿਟੀ ਨੂੰ, ਇਨਵਾਇਰਨਮੈਂਟ ਨੂੰ, ਗ੍ਰੀਨਰੀ ਨੂੰ, ਕੁਦਰਤ ਨੂੰ ਜਿਹੜਾ ਹਾਈਲਾਈਟ ਕੀਤਾ ਜਾਂਦਾ ਸੀ, ਉਹਦੀ ਸਾਂਭ ਸੰਭਾਲ ਬਾਰੇ ਗੱਲ ਕੀਤੀ ਜਾਂਦੀ ਸੀ। ਸਾਨੂੰ ਕੁਝ ਇਨੀਸ਼ੀਏਟਿਵ ਲੈਣੇ ਪੈਣਗੇ ਤਾਂ ਕਿ ਬਾਇਓਡਾਇਵਰਸਿਟੀ ਨੂੰ ਬਚਾ ਕੇ ਰੱਖ ਸਕੀਏ। ਔਰ ਜੇ ਬਾਇਓਡਾਇਵਰਸਿਟੀ ਬਚੇਗੀ ਤਾਂ ਹੀ ਅਸੀਂ ਬਚਾਂਗੇ। ਹਰ ਇੱਕ ਇਲਾਕਾ ਜਿਹੜਾ ਹੈ, ਹਰ ਇੱਕ ਰੀਜਨ ਹੈ, ਹਰ ਇੱਕ ਕਮਿਊਨਿਟੀ ਹੈ ਔਰ ਈਵਨ ਹਰ ਇੱਕ ਇੰਡੀਵਿਜੂਅਲ ਜਿਹੜਾ ਹੈ ਉਸ ਨੂੰ ਆਪਣੇ ਆਪ ਨੂੰ ਇਸ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਨੇਕ ਕੰਮ ਦੇ ਵਿੱਚ ਜੁੜਨਾ ਪਏਗਾ। ਔਰ ਲੋਕਾਂ ਨੂੰ ਸਾਨੂੰ ਇੱਕ ਇੰਸਪਾਇਰ ਕਰਨਾ ਪਏਗਾ ਔਰ ਕਮਿਊਨਿਟੀਜ਼ ਨੂੰ, ਤਾਂ ਕਿ ਆਪਣੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਿੱਖੀਏ, ਇਸ ਤਰ੍ਹਾਂ ਸਾਡਾ ਵਤੀਰਾ ਹੋਵੇ ਕਿ ਅਸੀਂ ਦਰਖਤ ਨਾ ਵੱਢੀਏ, ਦਰਖਤ ਸਗੋਂ ਲਾਈਏ। ਜਨਮ ਤਰੀਕ ਮਨਾਉਣੀ ਬੱਚਿਆਂ ਦੀ, ਕੋਈ ਸੋਸ਼ਲ ਫੰਕਸ਼ਨ ਕਰਨੇ ਆ, ਪਲਾਂਟੇਸ਼ਨਸ ਕਰੀਏ। ਬਾਜ਼ਾਰ ਗਏ ਆ, ਫਰੂਟ ਲਿਆਂਦੇ ਆ, ਹੋਰ ਇਸ ਤਰ੍ਹਾਂ ਦੇ ਖਾਣ ਪੀਣ ਵਾਲੇ ਜਿਹੜੇ ਪਦਾਰਥ ਲਿਆਂਦੇ ਆ, ਖਾਣ ਤੋਂ ਬਾਅਦ ਬਾਹਰ ਜਾ ਕੇ ਬੱਚਿਆਂ ਨੂੰ ਲੈ ਕੇ ਜਾਈਏ ਤਾਂ ਕਿ ਉਹ ਸੜਕਾਂ ਦੇ ਕੰਢੇ ਤੇ ਉਹ ਸਿੱਟੇ ਜਾਣ, ਕਿਤੇ ਉੱਗਣਗੇ, ਬੂਟੇ ਬਣਨਗੇ, ਬਾਇਓਡਾਇਵਰਸਿਟੀ ਵਧੇਗੀ ਇਸ ਦੇ ਨਾਲ। ਤਾਂ ਇਸ ਪਾਸੇ ਵੀ ਆਪਾਂ ਨੂੰ ਯੋਗਦਾਨ ਪਾਉਣਾ ਚਾਹੀਦਾ। ਔਰ ਬਾਇਓਡਾਇਵਰਸਿਟੀ ਦੀ ਜਿਹੜੀ ਟ੍ਰੇਨਿੰਗ ਹੈ ਉਸ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਅਦਾਰਿਆਂ ਨੂੰ ਅੱਗੇ ਆ ਕੇ ਕਿ ਬਾਇਓਡਾਇਵਰਸਿਟੀ ਨੂੰ ਕਿਸ ਤਰ੍ਹਾਂ ਕੰਜ਼ਰਵੇਸ਼ਨ ਕੀਤੀ ਜਾਵੇ। ਬਾਇਓਡਾਇਵਰਸਿਟੀ ਬੋਰਡ ਜਿਹੜੇ ਬਣਾਉਣੇ ਚਾਹੀਦੇ, ਕੁਝ ਬਾਡੀਜ਼ ਬਣਨੀਆਂ ਚਾਹੀਦੀਆਂ, ਉਹਨਾਂ ਦੀ ਪਰਫਾਰਮੈਂਸ ਵਾਸਤੇ ਉਹਨਾਂ ਨੂੰ ਵਾਚ ਕਰਨਾ ਚਾਹੀਦਾ, ਮੋਨੀਟਰ ਕਰਨਾ ਚਾਹੀਦਾ। ਔਰ ਜਿਹੜੇ ਬੈਟਰ ਪਰਫਾਰਮਰ ਹੈ ਉਹਨਾਂ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ, ਉਹਨਾਂ ਨੂੰ ਇਨਸੈਂਟਿਵਾਈਜ਼ ਕਰਨਾ ਚਾਹੀਦਾ ਤਾਂ ਕਿ ਉੱਥੋਂ ਹੋਰਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ। ਸਾਨੂੰ ਬਾਇਓਫਿਲੀਆ ਦਾ ਮਤਲਬ ਕਿ ਜੀਵਤ ਚੀਜ਼ਾਂ ਨਾਲ, ਜੈਵਿਕ ਚੀਜ਼ਾਂ ਨਾਲ ਸਾਡੀ ਜਿਹੜੀ ਜ਼ਿਆਦਾ ਲਗਾਵ, ਜ਼ਿਆਦਾ ਸਾਡੀ ਜੁੜਤ, ਜ਼ਿਆਦਾ ਸਾਡਾ ਅਟੈਚਮੈਂਟ, ਜ਼ਿਆਦਾ ਸਾਡੀ ਅਫੀਲੀਏਸ਼ਨ ਹੋਵੇ ਤਾਂ ਕਿ ਜਿਹੜਾ ਸਾਡਾ ਮਨੁੱਖੀ ਪਿਆਰ ਹੈ ਉਹਨਾਂ ਦੇ ਨਾਲ, ਲਿਵਿੰਗ ਚੀਜ਼ਾਂ ਦੇ ਨਾਲ ਹੋਵੇ, ਤਾਂ ਉਹਦੇ ਨਾਲ ਵੀ ਇਸ ਪਾਸੇ ਜਾਣ 'ਚ ਮਦਦ ਮਿਲੇਗੀ। ਦੀ ਕਨੈਕਸ਼ਨਸ ਦੈਟ ਹਿਊਮਨ ਬੀਇੰਗਸ ਸਬਕੌਂਸ਼ੀਅਸਲੀ ਸੀਕ ਆਊਟ ਵਿਦ ਦੀ ਰੈਸਟ ਆਫ ਲਾਈਫ, ਇਹ ਬਾਇਓਫਿਲੀਆ ਹੁੰਦਾ। ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਪਾਰਕ ਤੇ ਵਾਈਲਡ ਲਾਈਫ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਹਫ਼ਤੇ 'ਚ ਇੱਕ ਅੱਧਾ ਦਿਨ ਲਾ ਕੇ ਉੱਥੇ ਯੋਗਦਾਨ ਪਾਈਏ ਆਪਣਾ। ਔਰ ਪੈਟਸ ਨੂੰ ਰੱਖੀਏ, ਪੈਟਸ ਨੂੰ ਪਰਵਰਿਸ਼ ਕਰੀਏ, ਉਹਨਾਂ ਦੀ ਚੰਗੀ ਸਿਹਤ ਕਰੀਏ, ਉਹਨਾਂ ਦੀ ਖੁਰਾਕੀ ਖਿਆਲ ਰੱਖੀਏ। ਪੈਟਸ ਹੋਣਗੇ ਤਾਂ ਉਹ ਵੀ ਇੱਕ ਬਾਇਓਡਾਇਵਰਸਿਟੀ ਦਾ ਹਿੱਸਾ ਆ। ਰੀਅਲ ਅਸਟੇਟ ਤੇ ਲੈਂਡਸਕੇਪ ਦੇ ਵਿਊ ਆਪਣੇ ਬਦਲੀਏ ਕਿ ਆਪਾਂ ਜਿਹੜੀ ਬਾਇਓਡਾਇਵਰਸਿਟੀ ਵਾਲੀ ਚੀਜ਼ ਹੈ ਉਸ ਨੂੰ, ਜਿਹੜੀ ਕਲਟੀਵੇਬਲ ਲੈਂਡ ਹੈ ਉਸ ਨੂੰ ਇੰਡਸਟਰੀ ਵਾਸਤੇ ਨਾ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਜਿੱਥੇ ਬੂਟੇ ਉੱਗਦੇ ਆ ਉੱਥੇ ਉਹਨਾਂ ਦੀ ਸੰਭਾਲ ਕੀਤੀ ਜਾਵੇ। ਕੋਈ ਦਰਖਤ ਹੈ ਉਸ ਨੂੰ ਵੱਢਿਆ ਨਾ ਜਾਵੇ। ਸੜਕ ਬਣਾਉਣ ਲੱਗੇ ਜੇ ਕੋਈ ਦਰਖਤ ਆ ਜਾਂਦਾ ਤਾਂ ਸੜਕ ਨੂੰ ਮੋੜਿਆ ਜਾਵੇ, ਬੂਟੇ ਨੂੰ ਨਾ ਵੱਢਿਆ ਜਾਵੇ। ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਵਤੀਰੇ 'ਚ ਫਰਕ ਆਏਗਾ। ਔਰ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਵੇ ਕਿ ਟ੍ਰੇਲਸ ਬਣੀਆਂ ਹੋਣ, ਹਾਈਕਿੰਗ ਟਰੈਕਿੰਗ ਦਾ ਬੰਦੋਬਸਤ ਹੋਵੇ, ਬਰਡਿੰਗ ਜਿਹੜਾ ਹੈ ਪੰਛੀਆਂ ਨੂੰ ਸਟੱਡੀ ਕਰਨ, ਪੰਛੀਆਂ ਨੂੰ ਇੱਕ ਆਪਣੀ ਰਿਕ੍ਰੀਏਸ਼ਨ ਵਾਸਤੇ ਦੇਖਿਆ ਜਾਵੇ, ਫਿਸ਼ਿੰਗ ਕੀਤੀ ਜਾਵੇ, ਹੰਟਿੰਗ ਵਾਸਤੇ ਬੱਚਿਆਂ ਨੂੰ ਔਰ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਵੀ ਇਸ ਪਾਸੇ ਲਾਇਆ ਜਾਵੇ। ਤੇ ਜਿਹੜੇ ਹੈਗੇ ਆ ਆਮ ਇੱਕ ਬੜੀ ਅੱਛੀ ਕੋਟੇਸ਼ਨ ਹੈ ਕਿ ਫਲਾਵਰਸ ਡੋਂਟ ਸਪਰੈਡ देयर ਫ੍ਰੈਗਰੈਂਸ ਫॉर ਦੈਮਸੈਲਵਸ, ਲਿਵਿੰਗ ਫॉर ਅਦਰਸ ਇਜ਼ ਦੀ ਰੂਲ ਆਫ ਨੇਚਰ। ਕੁਦਰਤ ਹਰ ਇੱਕ ਦੂਸਰੇ ਦੀ ਮਦਦ ਕਰਦੀ ਹੈ, ਇਕੱਠੇ ਕੋਐਗਜ਼ਿਸਟੈਂਸ ਦੀ ਗੱਲ ਕਰਦੀ ਹੈ। ਆਪਾਂ ਨੂੰ ਵੀ ਕੋਐਗਜ਼ਿਸਟੈਂਸ ਦੀ ਗੱਲ ਕਰਨੀ ਚਾਹੀਦੀ ਹੈ ਔਰ ਬਾਇਓਡਾਇਵਰਸਿਟੀ ਨੂੰ ਪਛਾਣਨਾ ਚਾਹੀਦਾ, ਬਾਇਓਡਾਇਵਰਸਿਟੀ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਦੀ ਸੰਭਾਲ ਕਰਨੀ ਚਾਹੀਦੀ, ਉਹਨੂੰ ਬਚਾਉਣਾ ਚਾਹੀਦਾ। ਔਰ ਇਸ ਵਾਸਤੇ ਦੁਨੀਆ ਭਰ ਦੇ ਵਿੱਚ ਬਾਇਓਡਾਇਵਰਸਿਟੀ ਜਿਹੜੇ ਹੌਟ ਸਪੌਟਸ ਹੈ ਉਹ ਸਾਨੂੰ ਪਛਾਣਨੇ ਚਾਹੀਦੇ ਆ ਔਰ ਉੱਥੇ
ਉਹਨਾਂ ਦੀ ਬਾਇਓਡਾਇਵਰਸਿਟੀ ਸੰਭਾਲ ਵਾਸਤੇ ਯਾਦ ਕਰਨਾ ਚਾਹੀਦਾ ਹੈ ਕਿ ਗਲੋਬਲ ਮੈਪ ਦੇ ਉੱਤੇ ਕਿੱਥੇ ਕਿੱਥੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਦੇ ਉੱਤੇ ਜਾਂ ਇੰਡੀਵਿਜੂਅਲ ਲੈਵਲ ਤੇ NGO ਦੇ ਦੁਆਰਾ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਜਿਹੜੇ ਗਤੀ ਵਿਧੀਆਂ ਕੀਤੀਆਂ ਜਾਂਦੀਆਂ ਉਸ ਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ। ਮੈਂ ਸਮਝਦਾ ਕਿ ਜੇ ਬਾਇਓਡਾਇਵਰਸਿਟੀ ਹੈ ਤਾਂ ਅਸੀਂ ਹੈਗੇ ਹਾਂ, ਔਰ ਸਾਡਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਹੈਗਾ, ਅਸੀਂ ਤਰੱਕੀ ਦੀ ਰਾਹ ਦੇ ਉੱਤੇ ਚੱਲ ਸਕਦੇ ਹਾਂ, ਆਉਣ ਵਾਲਾ ਸਮਾਂ ਸਾਡੇ ਲਈ ਬਿਹਤਰ ਹੋਏਗਾ। ਤਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ। ਥੈਂਕ ਯੂ ਫਾਰ ਵਾਚਿੰਗ। ਪਲੀਜ਼ ਲਾਈਕ, ਸ਼ੇਅਰ and subscribe to the channel. Don't forget to press the bell icon so that we can bring more useful videos for you in the times to come. Thank you very much.